आजकल अच्छा कोचिंग इंस्टीट्यूट ढूंढना बहुत ही मुश्किल काम है। तो अब मेरी मानिए, मैं आपकी इन सब टेंशन का एकमात्र उपाय लेकर आया हूँ। मास्टरमाइंड एकेडमी में आपको 11th, 12th कॉमर्स, मेडिकल एंड नॉन मेडिकल की कोचिंग दी जाती है और 1st से 10th तक के सभी सब्जेक्ट्स की। आपके सभी सब्जेक्ट्स एक ही इंस्टीट्यूट में पढ़ाए जा रहे हों तो आप किसी दूसरे इंस्टीट्यूट में क्यों जाना चाहेंगे, और वो भी हाईली एजुकेटेड फैकल्टी के साथ। हाँ जी, मास्टरमाइंड एकेडमी लेके आया है आपके लिए सब फैसिलिटीज, और वो भी बिल्कुल अफोर्डेबल प्राइसेस में। और यही नहीं, आपको यहाँ कोचिंग, अकाउंटिंग सॉफ्टवेयर जैसे टैली, बिजी, प्रोग्रामिंग, स्पोकन इंग्लिश की कोचिंग भी दी जाती है, और ये सब आपको मिलता है मास्टरमाइंड एकेडमी में। तो जी फ्रेंड्स, फिर देर किस बात की, अपना बैग उठाइए और चलिए मास्टरमाइंड एकेडमी की ओर। सत श्री अकाल दोस्तों, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਜੀਐਸ ਅਪਡੇਟਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕਲਾਸ 12th ਜਨਰਲ ਇੰਗਲਿਸ਼ ਦੇ ਸਾਰੇ ਇੰਪੋਰਟੈਂਟ ਕੁਐਸਚਨਸ ਤੇ ਰਿਡਿਊਸ ਸਿਲੇਬਸ ਤੇ ਕੁਐਸਚਨ ਪੇਪਰ ਦਾ ਪੂਰਾ ਜੋ ਸਟਰਕਚਰ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ। ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਅਤੇ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਅਸੀਂ ਤੁਹਾਡੇ ਲਈ ਐਜੂਕੇਸ਼ਨ ਰਿਲੇਟਡ ਵੀਡੀਓਜ਼ ਤੇ ਅਪਡੇਟਸ ਲੈ ਕੇ ਆਉਂਦੇ ਰਹਿੰਦੇ ਹਾਂ, ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਵੀ ਡਾਊਟ ਹੋਵੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦਵਾਂਗਾ। ਸੋ ਚਲੋ ਦੋਸਤੋ, ਵੀਡੀਓ ਸ਼ੁਰੂ ਕਰਦੇ ਹਾਂ। ਸੋ ਦੋਸਤੋ, ਆਪਾਂ ਕਲਾਸ 12th ਜਨਰਲ ਇੰਗਲਿਸ਼ ਦੇ ਸਾਰੇ ਚੈਪਟਰਸ ਸਟੱਡੀ ਕਰਨਾ ਸ਼ੁਰੂ ਕਰਾਂਗੇ ਤਾਂ ਕਿ ਤੁਹਾਨੂੰ ਐਗਜ਼ਾਮ ਵਿੱਚ ਆਸਾਨੀ ਹੋ ਸਕੇ ਅਤੇ ਤੁਸੀਂ ਇਹ ਜੋ ਚੈਪਟਰਸ ਹਨ ਉਹ ਆਸਾਨੀ ਨਾਲ ਯਾਦ ਕਰ ਸਕੋ। ਸੋ ਮੈਂ ਤੁਹਾਨੂੰ ਪੂਰਾ ਜੋ ਕੁਐਸਚਨ ਪੇਪਰ ਦਾ ਸਟਰਕਚਰ ਹੈ ਉਹ ਦੱਸਾਂਗਾ, ਰਿਡਿਊਸ ਸਿਲੇਬਸ ਅੱਜ ਦੱਸਾਂਗੇ ਇਸ ਵੀਡੀਓ ਵਿੱਚ, ਅਤੇ ਪੂਰੀ ਜੋ ਵੀਡੀਓਜ਼ ਹਨ ਹਰ ਇੱਕ ਚੈਪਟਰ ਦੇ ਇੰਪੋਰਟੈਂਟ ਕੁਐਸਚਨਸ ਪਲੱਸ ਉਸ ਨੂੰ ਡਿਟੇਲ ਵਿੱਚ ਸਮਝਾ ਕੇ ਮੈਂ ਤੁਹਾਨੂੰ ਲਾਈਨ ਵਾਈਜ਼ ਲਾਈਨ ਅਪਲੋਡ ਕਰਦਾ ਰਵਾਂਗਾ, ਅਤੇ ਪਲੱਸ ਗ੍ਰਾਮਰ ਵੀ ਤੁਹਾਨੂੰ ਸਮਝਾਈ ਜਾਵੇਗੀ। ਸੋ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜੋ ਹੈ ਉਹ ਸਮੇਂ ਸਿਰ ਮਿਲਦੀ ਰਹੇ ਅਤੇ ਤੁਸੀਂ ਇੰਗਲਿਸ਼ ਦੀ ਜੋ ਤਿਆਰੀ ਹੈ ਐਗਜ਼ਾਮਸ 2021 ਲਈ ਚੰਗੀ ਤਰ੍ਹਾਂ ਕਰ ਸਕੋ। ਸੋ ਕਲਾਸ 12 ਜਨਰਲ ਇੰਗਲਿਸ਼ ਦਾ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ। ਸੋ ਚਲੋ ਆਪਾਂ ਦੋਸਤੋ ਪਹਿਲਾਂ ਸਿਲੇਬਸ ਦੇਖ ਲੈਂਦੇ ਹਾਂ ਕਿ ਕੀ ਪਹਿਲਾਂ ਰਿਡਿਊਸ ਕੀਤਾ ਗਿਆ ਹੈ। ਸੋ ਪਹਿਲਾਂ ਸੀ ਟੋਟਲ ਤੁਹਾਡੇ ਕੋਲ 24 ਲੈਸਨਸ, ਜਿਹੜੇ ਪ੍ਰੋਸ ਲੈਸਨ ਸੀਗੇ ਉਹ ਸੀਗੇ 10, ਤੇ ਪੋਇਟਰੀ ਦੇ ਤੁਹਾਡੇ ਕੋਲ 8 ਚੈਪਟਰ ਸੀਗੇ, ਤੇ ਸਪਲੀਮੈਂਟਰੀ ਰੀਡਰ ਦੇ ਤੁਹਾਡੇ ਕੋਲ 6 ਚੈਪਟਰ ਸੀਗੇ। ਹੁਣ ਇਸ ਦੇ ਵਿੱਚ ਤੁਹਾਡੇ 7 ਚੈਪਟਰਸ ਜੋ ਹਨ ਉਹ ਰਿਡਿਊਸ ਕਰ ਦਿੱਤੇ ਗਏ ਹਨ। ਸਭ ਤੋਂ ਪਹਿਲਾ ਲੈਸਨ ਜੋ ਰਿਡਿਊਸ ਕੀਤਾ ਗਿਆ ਹੈ ਉਹ ਹੈ ਰੋਬੋਟਸ ਐਂਡ ਪੀਪਲ। ਸੋ ਇਹ ਲੈਸਨ ਹੁਣ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਟ ਕਰ ਦਿੱਤਾ ਗਿਆ ਹੈ। ਜਿੱਦਾਂ ਕਿ ਸਕੂਲਸ 'ਚ ਸੀ ਉਹ ਬੰਦ ਸੀ ਕੋਵਿਡ-19 ਦੇ ਕਾਰਨ, ਤੇ ਇਸ ਨੂੰ ਦੇਖਦੇ ਹੋਏ 2021 ਦੇ ਵਿੱਚ ਜੋ ਐਗਜ਼ਾਮਸ ਹਨ ਉਹਨਾਂ ਵਿੱਚ ਵਿਦਿਆਰਥੀਆਂ ਲਈ ਥੋੜੀ ਆਸਾਨੀ ਕਰਨ ਦੇ ਲਈ ਜੋ ਹੈ ਕੁਝ ਲੈਸਨ ਜੋ ਹਨ ਉਹ ਘਟਾਏ ਗਏ ਹਨ। 30% ਸਿਲੇਬਸ ਜੋ ਹੈ ਪੀਐਸਸੀਬੀ ਵੱਲੋਂ ਰਿਡਿਊਸ ਕੀਤਾ ਗਿਆ ਹੈ। ਸੋ ਇਸ ਦੇ ਚਲਦੇ ਹੋਏ ਰੋਬੋਟਸ ਐਂਡ ਪੀਪਲ ਜੋ ਹੈ ਇਹ ਵਾਲਾ ਲੈਸਨ ਕੱਟ ਕਰ ਦਿੱਤਾ ਗਿਆ ਹੈ। ਔਨ ਗਿਵਿੰਗ ਐਡਵਾਈਸ, ਇਹ ਵੀ ਚੈਪਟਰ ਤੁਹਾਡਾ ਇਸ ਵਾਰ ਸਿਲੇਬਸ ਵਿੱਚੋਂ ਕੱਟ ਹੈ। ਸੋ ਇਹ ਦੋ ਲੈਸਨਸ ਕੱਟ ਹੋ ਚੁੱਕੇ ਹਨ। ਤੇ ਇਸ ਤੋਂ ਅੱਗੇ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਸੋ ਇਹ ਚੈਪਟਰ ਵੀ ਤੁਹਾਡੇ ਸਿਲੇਬਸ ਵਿੱਚੋਂ ਕੱਟ ਹੈ। ਤੇ ਨੈਕਸਟ ਗਰਦਾਰੀ ਬਾਬਾ ਇਨ ਕਾਲਾ ਪਾਣੀ ਜੇਲ੍ਹ, ਗਰਦਾਰਾ ਬਾਬਾ ਇਨ ਕਾਲੇ ਪਾਣੀ ਜੇਲ੍ਹ, ਤੇ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ, ਰੋਬੋਟਸ ਐਂਡ ਪੀਪਲ, ਔਨ ਗਿਵਿੰਗ ਐਡਵਾਈਸ। ਸੋ ਇਹ 4 ਚੈਪਟਰਸ ਜੋ ਹਨ ਉਹ ਤੁਹਾਡੇ ਪ੍ਰੋਸ ਲੈਸਨ ਦੇ ਵਿੱਚੋਂ ਇਹ ਕੱਟ ਕਰ ਦਿੱਤੇ ਗਏ ਹਨ। ਸੋ ਹੁਣ ਟੋਟਲ 6 ਚੈਪਟਰ ਜੋ ਹਨ ਉਹ ਤੁਹਾਡੇ ਪ੍ਰੋਸ ਲੈਸਨਸ ਵਾਏ ਪਾਰਟ ਏ ਦੇ ਵਿੱਚੋਂ ਰਹਿ ਗਏ ਹਨ। ਸੋ 4 ਕੱਟ ਹੋ ਚੁੱਕੇ ਹਨ। ਜੇਕਰ ਆਪਾਂ ਪੋਇਟਰੀ ਦੇ ਵਿੱਚੋਂ ਦੇਖੀਏ ਤਾਂ ਪੋਇਟਰੀ ਦੇ ਵਿੱਚੋਂ ਤੁਹਾਡੇ 2 ਚੈਪਟਰ ਜੋ ਹਨ ਉਹ ਕੱਟ ਕੀਤੇ ਗਏ ਹਨ। ਚੀਅਰਫੁਲਨੈਸ ਟੌਟ ਬਾਈ ਰੀਜ਼ਨ, ਇਹ ਕੱਟ ਕਰ ਦਿੱਤਾ ਗਿਆ ਹੈ, ਅਤੇ ਔਨ ਹਿਸ ਬਲਾਈਂਡਨੈਸ, ਇਹ ਚੈਪਟਰ ਵੀ ਤੁਹਾਡਾ ਕੱਟ ਕਰ ਦਿੱਤਾ ਗਿਆ ਹੈ। ਸੋ ਪਾਰਟ ਬੀ ਪੋਇਟਰੀ ਦੇ ਵਿੱਚੋਂ ਤੁਹਾਡੇ 2 ਚੈਪਟਰ ਜੋ ਹਨ ਉਹ ਕੱਟ ਕੀਤੇ ਗਏ ਹਨ। ਪਹਿਲਾਂ ਟੋਟਲ 8 ਚੈਪਟਰ ਸੀ, ਹੁਣ ਇਸ ਦੇ ਵਿੱਚੋਂ 2 ਕੱਟ ਕੇ ਸਿਰਫ ਤੁਹਾਡੇ 6 ਚੈਪਟਰ ਜੋ ਹਨ ਉਹ ਪੋਇਟਰੀ ਦੇ ਵਿੱਚੋਂ ਰਹਿ ਗਏ ਹਨ। ਸੋ ਆਪਾਂ ਨੈਕਸਟ ਪਾਰਟ ਸੀ ਵੀ ਦੇਖ ਲੈਂਦੇ ਹਾਂ। ਪਾਰਟ ਸੀ ਦੇ ਵਿੱਚ ਤੁਹਾਡੇ 1 ਚੈਪਟਰ ਜੋ ਹੈ ਉਹ ਕੱਟ ਕੀਤਾ ਗਿਆ ਹੈ। ਪਹਿਲਾਂ ਤੁਹਾਡੇ ਕੋਲ 6 ਚੈਪਟਰ ਸੀ, ਸੋ ਹੁਣ 5 ਚੈਪਟਰ ਜੋ ਹਨ ਉਹ ਤੁਹਾਡੇ ਪਾਰਟ ਸੀ ਦੇ ਵਿੱਚੋਂ ਰਹਿ ਜਾਣਗੇ ਸਪਲੀਮੈਂਟਰੀ ਰੀਡਰ ਦੇ ਵਿੱਚੋਂ। ਇਸ ਦੇ ਵਿੱਚ 1 ਚੈਪਟਰ ਕੱਟ ਕਰ ਦਿੱਤਾ ਗਿਆ ਹੈ, ਦਾ ਬੁੱਲ ਬਨੀਥ ਦਾ ਅਰਥ। ਸੋ ਇਹ ਟੋਟਲ ਤੁਹਾਡੇ 24 ਚੈਪਟਰ ਸੀ ਪਹਿਲਾਂ, ਜਿਸ ਦੇ ਵਿੱਚੋਂ 7 ਕੱਟ ਕਰ ਦਿੱਤੇ ਗਏ ਹਨ। ਸੋ ਇਹ ਤੁਹਾਡਾ ਸਿਲੇਬਸ ਜੋ ਕਿ ਤੁਸੀਂ 2021 ਦੇ ਬੋਰਡ ਐਗਜ਼ਾਮ ਦੇ ਲਈ ਪ੍ਰੀਪੇਅਰ ਕਰਨਾ ਹੈ। ਮੈਂ ਤੁਹਾਨੂੰ ਇਹ ਸਾਰੇ ਚੈਪਟਰਸ ਲਾਈਨ ਬਾਈ ਲਾਈਨ ਜੋ ਹਨ ਉਹ ਚੰਗੀ ਤਰ੍ਹਾਂ ਡਿਟੇਲ ਵਿੱਚ ਸਮਝਾਵਾਂਗਾ ਤਾਂ ਕਿ ਤੁਹਾਨੂੰ 2021 ਦੇ ਬੋਰਡ ਪ੍ਰੀਖਿਆਵਾਂ ਵਿੱਚ ਇੰਗਲਿਸ਼ ਦਾ ਪੇਪਰ ਹੱਲ ਕਰਨ ਵਿੱਚ ਕੋਈ ਵੀ ਮੁਸ਼ਕਲ ਨਾ ਹੋਵੇ। ਚੰਗੀ ਤਰ੍ਹਾਂ ਤੁਹਾਨੂੰ ਇਹ ਸਾਰਾ ਕੁਝ ਐਕਸਪਲੇਨ ਕੀਤਾ ਜਾਵੇਗਾ, ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ। ਤੇ ਹੁਣ ਆਪਾਂ ਦੇਖ ਲੈਂਦੇ ਹਾਂ ਕੁਐਸਚਨ ਪੇਪਰ ਦਾ ਸਟਰਕਚਰ ਜੋ ਹੈ ਉਹ ਤੁਹਾਡਾ ਕਿਵੇਂ ਰਹੇਗਾ, ਕੀ ਕੁਝ
ਤੁਹਾਡਾ ਕੁਐਸਚਨ ਪੇਪਰ ਸਟਰਕਚਰ ਆਵੇਗਾ, ਕਿੰਨੇ ਮਾਰਕਸ ਦਾ ਪੇਪਰ ਹੋਵੇਗਾ, ਕਿੰਨਾ ਸਮਾਂ ਤੁਹਾਨੂੰ ਦਿੱਤਾ ਜਾਵੇਗਾ। ਸੋ ਚਲੋ ਆਪਾਂ ਦੇਖ ਲੈਂਦੇ ਹਾਂ ਕੀ ਰਹੇਗਾ ਤੁਹਾਡੇ ਕੁਐਸਚਨ ਪੇਪਰ ਦਾ ਸਟਰਕਚਰ। ਈਟੀਟੀ ਦੇ ਦੂਸਰੇ ਪੇਪਰ ਦੇ ਲਈ ਆਨਲਾਈਨ ਮੌਕ ਟੈਸਟ ਦੀ ਤਿਆਰੀ, ਜਿਸ ਦੇ ਵਿੱਚ ਹੋਣਗੇ ਟੋਟਲ ਤੁਹਾਡੇ ਪੂਰੇ 5 ਮੌਕ ਟੈਸਟ ਜੋ ਕਿ ਹੋਣਗੇ ਪੂਰੀ ਤਰੀਕੇ ਨਾਲ ਸਿਲੇਬਸ ਤੇ ਬੇਸਡ, ਐਂਡ ਇਹਨਾਂ ਦੀ ਫੀਸ ਰਹੇਗੀ ਸਿਰਫ 299 ਰੁਪਏ। ਐਂਡ ਇਹ ਪੇਪਰ ਜੋ ਹੈ ਇਸ ਤੋਂ ਪਹਿਲਾਂ ਤੁਸੀਂ ਲਗਾਉਣ ਤੋਂ ਪਹਿਲਾਂ ਤੁਸੀਂ ਇੱਕ ਡੈਮੋ ਸੈਕਸ਼ਨ ਨੂੰ ਦੇਖੋਗੇ। ਡੈਮੋ ਪੇਪਰ ਦੇਖਣ ਤੋਂ ਬਾਅਦ, ਇਨਸਟਰਕਸ਼ਨਸ ਦੇਖਣ ਤੋਂ ਬਾਅਦ ਤੁਸੀਂ ਇਸ ਕੋਰਸ ਨੂੰ ਸਟਾਰਟ ਕਰ ਸਕਦੇ ਹੋ ਐਂਡ ਪੂਰੀ ਤਰੀਕੇ ਨਾਲ ਆਪਣੀ ਤਿਆਰੀ ਦੀ ਪਰਖ ਕਰ ਸਕਦੇ ਹੋ। ਇਸ ਤੋਂ ਇਲਾਵਾ ਟੈਟ ਬਜ਼ਰ ਸਿੰਗਲ ਸਬਜੈਕਟ ਦੀ ਤਿਆਰੀ ਵੀ ਕਰਵਾ ਰਿਹਾ ਹੈ। ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸਾਡੇ ਹੈਲਪਲਾਈਨ ਨੰਬਰ ਤੇ ਸਾਨੂੰ ਕਾਲ ਵੀ ਕਰ ਸਕਦੇ ਹੋ। तो दोस्तों ये है क्लास 12 जनरल इंग्लिश का स्ट्रक्चर ऑफ क्वेश्चन पेपर। टोटल 3 घंटे ਤੁਹਾਡੇ ਕੋਲ ਸਮਾਂ ਹੋਵੇਗਾ। ਥਿਉਰੀ 80 ਮਾਰਕਸ ਦੀ ਹੋਵੇਗੀ, ਇੰਟਰਨਲ ਅਸੈਸਮੈਂਟ ਜੋ ਹੈ ਉਹ ਤੁਹਾਡੀ 20 ਮਾਰਕਸ ਦੀ ਹੋਵੇਗੀ, ਲਿਸਨਿੰਗ ਐਂਡ ਸਪੀਕਿੰਗ ਸਕਿੱਲ ਬੇਸਡ ਪ੍ਰੈਕਟੀਕਲ ਤੁਹਾਡਾ 18 ਮਾਰਕਸ ਦਾ ਹੋਵੇਗਾ, ਬੁੱਕ ਬੈਂਕ 2 ਮਾਰਕਸ ਦਾ, ਤੇ ਟੋਟਲ 100 ਨੰਬਰਾਂ ਦਾ ਤੁਹਾਡਾ ਜਨਰਲ ਇੰਗਲਿਸ਼ ਕਲਾਸ 12 ਦਾ ਐਗਜ਼ਾਮ ਹੋਵੇਗਾ। 2020-21 ਲਈ ਇਹ ਤੁਹਾਡਾ ਸਟਰਕਚਰ ਹੈ ਕੁਐਸਚਨ ਪੇਪਰ ਦਾ। ਸਭ ਤੋਂ ਪਹਿਲਾਂ ਤੁਹਾਨੂੰ ਸੈਕਸ਼ਨ ਏ ਰੀਡਿੰਗ ਕੰਪਰੀਹੈਂਸ਼ਨ ਦਾ ਹੋਵੇਗਾ ਜੋ ਕਿ 16 ਮਾਰਕਸ ਦਾ ਹੋਵੇਗਾ। ਇਸ ਵਿੱਚ ਤੁਹਾਨੂੰ ਅਨਸੀਨ ਪੈਸੇਜ ਜੋ ਹਨ ਦਿੱਤੇ ਜਾਣਗੇ ਤੇ ਤੁਸੀਂ ਇਸ ਦੇ ਵਿੱਚੋਂ ਆਨਸਰਸ ਲਿਖਣੇ ਹੋਣਗੇ। One unseen passage with a variety of objective type questions including multiple choice questions and short answer type questions to test comprehension, interpretation and interference. The length of this passage will be between 200 to 250 words, 6 multiple choice questions and 4 objective type questions. Total 10 marks shall be asked from this passage. So ਪਹਿਲਾ ਪੈਸੇਜ ਜੋ ਹੈ ਉਹ ਤੁਹਾਡਾ 10 ਮਾਰਕਸ ਦਾ ਹੋਵੇਗਾ, ਜਿਸ ਵਿੱਚ ਤੁਹਾਡੇ ਤੋਂ 6 ਮਲਟੀਪਲ ਚੋਇਸ ਕੁਐਸਚਨ ਮਤਲਬ ਕਿ MCQs ਪੁੱਛੇ ਜਾਣਗੇ। 6 ਜੋ ਤੁਹਾਡੇ MCQs ਹੋਣਗੇ ਤੇ ਆਬਜੈਕਟਿਵ ਟਾਈਪ ਕੁਐਸਚਨ ਜੋ ਹਨ ਉਹ ਤੁਹਾਡੇ ਕੋਲ 4 ਹੋਣਗੇ। ਟੋਟਲ 10 ਮਾਰਕਸ ਦਾ ਤੁਹਾਡੇ ਕੋਲ ਫਸਟ ਅਨਸੀਨ ਪੈਸੇਜ ਹੋਵੇਗਾ ਤੇ ਸੈਕਿੰਡ ਜੋ ਹੈ ਅਨਸੀਨ ਪੈਸੇਜ ਫॉर ਕੰਪਰੀਹੈਂਸ਼ਨ ਪੈਸੇਜ 150 to 200 ਵਰਡਸ ਦਾ ਹੋਵੇਗਾ, ਫੋਲੋਡ ਬਾਈ 2 MCQ, 2 ਸਿੰਗਲ ਲਾਈਨ ਕੰਪਰੀਹੈਂਸ਼ਨ ਕੁਐਸਚਨ, 1 ਕੁਐਸਚਨ on fill in the blanks, 2 1 question on match the words 2. So ਇਹ ਤੁਹਾਡਾ ਸੈਕਿੰਡ ਕੰਪਰੀਹੈਂਸ਼ਨ ਜੋ ਕਿ ਤੁਹਾਡਾ 6 ਮਾਰਕਸ ਦਾ ਹੋਵੇਗਾ। ਟੋਟਲ ਰੀਡਿੰਗ ਕੰਪਰੀਹੈਂਸ਼ਨ ਜੋ ਤੁਹਾਡਾ ਸੈਕਸ਼ਨ A ਹੈ ਉਹ ਟੋਟਲ 16 ਮਾਰਕਸ ਦਾ ਹੋਵੇਗਾ। ਸੋ ਇਸ ਨਾਲ ਤੁਸੀਂ ਜੋ ਹੈ ਅਨਸੀਨ ਪੈਸੇ ਨਾਲ ਆਸਾਨੀ ਨਾਲ ਤੁਸੀਂ 16 ਮਾਰਕਸ ਲੈ ਸਕਦੇ ਹੋ। ਸੋ ਤੁਸੀਂ ਇਸ ਨੂੰ ਧਿਆਨ ਨਾਲ ਕਰਨਾ ਹੋਵੇਗਾ। MCQ ਤੇ ਆਬਜੈਕਟਿਵ ਟਾਈਪ ਕੁਐਸਚਨ ਹੀ ਤੁਹਾਡੇ ਤੋਂ ਪੁੱਛੇ ਜਾਣੇ ਹਨ, ਜਿਸ ਨੂੰ ਤੁਸੀਂ ਆਸਾਨੀ ਨਾਲ ਸੋਲਵ ਕਰ ਸਕਦੇ ਹੋ। ਅਨਸੀਨ ਪੈਸੇਜ ਤੁਹਾਡੇ ਕੋਲ ਪਹਿਲਾ ਜੋ ਹੈ ਉਹ 200 to 250 ਵਰਡਸ ਦਾ ਰਹੇਗਾ ਤੇ ਸੈਕਿੰਡ 150 to 200 ਵਰਡਸ ਦਾ ਰਹੇਗਾ। ਸੋ ਆਪਾਂ ਸੈਕਸ਼ਨ B ਜੇ ਗੱਲ ਕਰੀਏ ਤਾਂ ਸੈਕਸ਼ਨ B ਤੁਹਾਡੇ ਕੋਲ ਰਾਈਟਿੰਗ ਸਕਿੱਲਸ, ਗ੍ਰਾਮਰ ਐਂਡ ਟਰਾਂਸਲੇਸ਼ਨ ਦੀ ਹੋਵੇਗੀ ਜੋ ਕਿ ਟੋਟਲ 26 ਮਾਰਕਸ ਦੀ ਹੋਵੇਗੀ। ਸੈਕਸ਼ਨ B ਪਹਿਲਾਂ ਤੁਹਾਡੇ ਤੋਂ ਪ੍ਰੈਸਿਸ ਰਾਈਟਿੰਗ ਜੋ ਹੈ ਪ੍ਰੈਸਿਸ ਰਾਈਟਿੰਗ ਕਰਨੀ ਹੋਵੇਗੀ। ਅਬਾਊਟ 150 ਵਰਡਸ ਤੁਸੀਂ ਇਸ ਨੂੰ ਲਿਖਣਾ ਹੋਵੇਗਾ ਜੋ ਕਿ ਤੁਹਾਡੇ 4 ਮਾਰਕਸ ਦਾ ਹੋਵੇਗਾ। ਇਸ ਵਿੱਚ ਤੁਹਾਨੂੰ ਇੱਕ ਪੈਰਾ ਦਿੱਤਾ ਜਾਂਦਾ ਹੈ ਜੋ ਕਿ ਤੁਸੀਂ ਸਮਝ ਕੇ ਉਸ ਨੂੰ ਆਪਣੀ ਲੈਂਗੁਏਜ ਵਿੱਚ ਮੋਲਡ ਕਰਕੇ ਉਸ ਨੂੰ ਸ਼ਾਰਟ ਕਰਕੇ ਲਿਖਣਾ ਹੁੰਦਾ ਹੈ ਜੋ ਕਿ ਤੁਹਾਡਾ 4 ਮਾਰਕਸ ਦਾ ਰਹੇਗਾ। ਇਸ ਤੋਂ ਬਾਅਦ ਲੈਟਰ ਰਾਈਟਿੰਗ ਓਨਲੀ ਓਫੀਸ਼ੀਅਲ ਬਿਜ਼ਨਸ ਟੂ ਦਾ ਐਡੀਟਰ ਐਪਲੀਕੇਸ਼ਨਸ 1 ਆਊਟ ਆਫ ਐਨੀ 2। ਸੋ ਤੁਹਾਨੂੰ ਇਸ ਦੇ ਦੋ ਚੋਇਸ ਦਿੱਤੀ ਜਾਵੇਗੀ ਜਿਸ ਦੇ ਵਿੱਚ ਓਨਲੀ ਤੁਸੀਂ 1 ਕਰਨੀ ਹੋਵੇਗੀ ਜੋ ਕਿ ਟੋਟਲ 5 ਮਾਰਕਸ ਦੀ ਹੋਵੇਗੀ। ਇਸ ਤੋਂ ਬਾਅਦ ਐਕਸਪਲੇਨਿੰਗ ਨਿਊਜ਼ਪੇਪਰ ਹੈਡਲਾਈਨਸ 15 to 20 ਵਰਡਸ ਜਾਂ ਫਿਰ ਈਮੇਲ ਰਾਈਟਿੰਗ, ਤੁਸੀਂ ਦੋਨਾਂ ਵਿੱਚੋਂ ਕੁਝ ਇੱਕ ਚੂਜ਼ ਕਰਨਾ ਹੋਵੇਗਾ। ਤੁਹਾਡੇ ਕੋਲ ਆਪਸ਼ਨ ਹੋਵੇਗਾ ਈਮੇਲ ਰਾਈਟਿੰਗ ਜਾਂ ਫਿਰ ਨਿਊਜ਼ਪੇਪਰ ਹੈਡਲਾਈਨ ਨੂੰ ਐਕਸਪਲੇਨ ਕਰਨਾ। ਇਹ ਦੋਨਾਂ ਵਿੱਚੋਂ ਕੁਝ ਤੁਸੀਂ ਕਰ ਸਕਦੇ ਹੋ ਚੂਜ਼ ਤੇ 3 ਮਾਰਕਸ ਦਾ ਤੁਹਾਡੇ ਕੋਲ 4th ਕੁਐਸਚਨ ਹੋਵੇਗਾ। ਨੈਕਸਟ ਜੋ ਹੈ ਟਰਾਂਸਲੇਸ਼ਨ ਫਰੋਮ ਇੰਗਲਿਸ਼ ਟੂ ਪੰਜਾਬੀ, ਹਿੰਦੀ। ਸੋ ਇੰਗਲਿਸ਼ ਦੇ ਵਿੱਚ ਤੁਹਾਨੂੰ ਪੈਰਾ ਦਿੱਤਾ ਜਾਵੇਗਾ, ਉਸ ਨੂੰ ਤੁਸੀਂ ਪੰਜਾਬੀ ਜਾਂ ਫਿਰ ਹਿੰਦੀ ਦੇ ਵਿੱਚ ਟਰਾਂਸਲੇਟ ਕਰਨਾ ਹੋਵੇਗਾ। MCQ ਟਾਈਪ ਕੁਐਸਚਨ ਪੁੱਛੇ ਜਾਣਗੇ। ਸੋ ਇਹ 2 ਮਾਰਕਸ ਦਾ ਹੋਵੇਗਾ ਤੇ ਟਰਾਂਸਲੇਸ਼ਨ ਫਰੋਮ ਪੰਜਾਬੀ ਹਿੰਦੀ ਟੂ ਇੰਗਲਿਸ਼ ਇਹ ਵੀ 2 ਮਾਰਕਸ ਦਾ ਹੋਵੇਗਾ। ਇਹ ਵੀ MCQ ਟਾਈਪ ਕੁਐਸਚਨ ਪੁੱਛੇ ਜਾਣਗੇ। ਸੋ ਇਹ ਟੋਟਲ ਟਰਾਂਸਲੇਸ਼ਨ ਵਾਲਾ ਜੋ 5th ਕੁਐਸਚਨ ਹੈ ਉਹ ਤੁਹਾਡਾ 4 ਮਾਰਕਸ ਦਾ ਹੋਵੇਗਾ। ਤੇ ਇਸ ਤੋਂ ਬਾਅਦ ਗ੍ਰਾਮਰ ਆਈਟਮਸ ਜੋ ਹਨ ਉਸ ਦੇ ਵਿੱਚ ਤੁਹਾਡੇ ਤੋਂ ਡਿਟਰਮੀਨਰਸ, ਯੂਜ਼ ਆਫ ਨੋਨ ਫਾਈਨਾਈਟਸ, ਫਾਈਨਾਈਟਸ, ਜੈਰੰਡਸ, ਪਾਰਟੀਸਪਲਸ ਪੁੱਛੇ ਜਾਣਗੇ। ਟਰਾਂਸਫੋਰਮੇਸ਼ਨ ਆਫ ਸੈਂਟੈਂਸਿਸ MCQ ਫਾਰਮ ਦੇ ਵਿੱਚ ਪੁੱਛੇ ਜਾਣਗੇ। ਵੌਇਸ ਵੀ MCQ ਫਾਰਮ ਦੇ ਵਿੱਚ ਪੁੱਛੀ ਜਾਵੇਗੀ ਤੇ ਨਰੇਸ਼ਨ ਵੀ MCQ ਫਾਰਮ ਦੇ ਵਿੱਚ ਪੁੱਛੀ ਜਾਵੇਗੀ। ਸੋ ਤੁਹਾਨੂੰ ਐਗਜ਼ਾਮ ਵਿੱਚ ਆਸਾਨੀ ਕਰਨ ਦੇ ਲਈ, ਜਿੱਦਾਂ ਕਿ ਸਕੂਲ 'ਚ ਸੀ ਉਹ ਬੰਦ ਸੀ ਤੇ ਵਿਦਿਆਰਥੀਆਂ ਦੀ ਸਟੱਡੀਜ਼ ਦਾ ਕਾਫੀ ਜ਼ਿਆਦਾ ਲੋਸ ਹੋਇਆ ਤਾਂ
2021 ਦੀ ਬੋਰਡ ਦੀ ਪ੍ਰੀਖਿਆਵਾਂ ਲਈ ਤਿਆਰੀ ਕਰਨਾ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਸੋ ਇਸ ਨੂੰ ਚੱਲਦੇ ਹੋਏ 30% ਸਿਲੇਬਸ ਰਿਡਿਊਸ ਕੀਤਾ ਗਿਆ ਤੇ ਕੁਐਸਚਨ ਪੇਪਰ ਵੀ ਮੋਸਟਲੀ MCQ ਫਾਰਮ ਦੇ ਵਿੱਚ ਕਰ ਦਿੱਤਾ ਗਿਆ, ਜਿਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਆਸਾਨੀ ਹੋਵੇਗੀ ਅਤੇ ਤੁਸੀਂ ਆਪਣਾ ਜੋ ਕੁਐਸਚਨ ਪੇਪਰ ਹੈ ਉਸ ਨੂੰ ਆਸਾਨੀ ਨਾਲ ਹੱਲ ਕਰ ਸਕੋਗੇ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈ ਸੈਕਸ਼ਨ C, ਜੋ ਕਿ ਟੋਟਲ 38 ਮਾਰਕਸ ਦਾ ਹੋਵੇਗਾ। ਲਿਟਰੇਚਰ ਟੈਕਸਟ ਬੁੱਕ ਦੇ ਵਿੱਚ ਤੁਹਾਡੇ ਤੋਂ ਕੁਐਸਚਨ ਜੋ ਹਨ ਉਹ ਪੁੱਛੇ ਜਾਣਗੇ। 7th क्वेश्चन जो है इट विल कंसिस्ट ऑफ 10 ऑब्जेक्टिव टाइप क्वेश्चंस कैरिंग 1 मार्क्स ईच। सो 10 ऑब्जेक्टिव टाइप क्वेश्चंस होंगे जो कि 1 मार्क्स का ईच क्वेश्चन होगा। ऑब्जेक्टिव टाइप क्वेश्चन में इंक्लूड क्वेश्चंस विद 1 वर्ड टू 1 सेंटेंस आंसर और फिल इन द ब्लैंक्स और ट्रू फॉल्स और मल्टीपल चॉइस टाइप क्वेश्चन। सो इस दे विच तुहाडे तो फिल इन द ब्लैंक्स पूछे जा सकते हैं, ट्रू फॉल्स या फिर मल्टीपल चॉइस क्वेश्चन हो सकते हैं, चाहे तुसी 1 वर्ड लिखना होगा या 1 सेंटेंस दे विच भी आंसर हो सकता है। ਲੈਸਨ ਮੈਂਟ ਫਰੋਮ ਇੰਟੈਂਸਿਵ ਸਟੱਡੀ ਦੇ ਵਿੱਚੋਂ 5 ਕੁਐਸਚਨ ਪੁੱਛੇ ਜਾਣਗੇ, ਜੋ ਕਿ ਤੁਹਾਡਾ ਪਾਰਟ A ਹੈ, ਜਿਹਦੇ ਵਿੱਚ ਤੁਹਾਡੇ ਕੋਲ 6 ਚੈਪਟਰਸ ਹਨ। ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਸਿਲੇਬਸ ਦੱਸਿਆ, ਉਸ ਦੇ ਵਿੱਚੋਂ ਤੁਹਾਡੇ ਤੋਂ 5 ਕੁਐਸਚਨ ਪੁੱਛੇ ਜਾਣਗੇ, ਜੋ ਕਿ 1 ਮਾਰਕਸ ਦਾ ਈਚ ਕੁਐਸਚਨ ਹੋਵੇਗਾ। ਤੇ B ਦੇ ਵਿੱਚ ਲੈਸਨਸ ਮੈਂਟ ਫॉर ਐਕਸਟੈਂਸਿਵ ਸਟੱਡੀ, ਜੋ ਕਿ ਤੁਹਾਡੇ ਕੋਲ 5 ਚੈਪਟਰ ਹਨ ਪਾਰਟ C ਦੇ ਵਿੱਚ। ਸੋ ਇਹ ਦੋਨਾਂ ਦੇ ਵਿੱਚੋਂ ਪਾਰਟ A ਤੇ ਪਾਰਟ C ਦੇ ਵਿੱਚੋਂ ਤੁਹਾਡੇ ਤੋਂ 5 ਕੁਐਸਚਨ ਪੁੱਛੇ ਜਾਣਗੇ, ਜੋ ਕਿ 1 ਮਾਰਕਸ ਈਚ ਹੋਵੇਗਾ। 8th क्वेश्चन ਦੀ ਆਪਾਂ ਗੱਲ ਕਰੀਏ ਤਾਂ ਕੰਪਰੀਹੈਂਸਿਵ ਕੁਐਸਚਨ ਔਨ ਗਿਵਨ ਸੈਂਟੈਂਜ਼ਾ ਫਰੋਮ ਪੋਇਟਰੀ 4 ਕੁਐਸਚਨਸ ਇਨਕਲੂਡਿੰਗ ਅ ਕੁਐਸਚਨ ਔਨ ਦ ਨੇਮ ਆਫ ਪੋਇਟ, ਪੋਇਮ, ਰਾਈਮ ਸਕੀਮ, simile, metaphor, personification, alliteration, imagery, etc. 1 out of the 2 given standards to be attempted. So 2 standards ਤੁਹਾਡੇ ਨੂੰ ਪੋਇਟਰੀ ਦੇ ਵਿੱਚ ਦਿੱਤੇ ਜਾਣਗੇ, ਜੋ ਕਿ ਤੁਹਾਡਾ ਪਾਰਟ B ਹੈ। ਇਸ ਦੇ ਵਿੱਚੋਂ ਤੁਸੀਂ ਇੱਕ ਸੋਲਵ ਕਰਨਾ ਹੋਵੇਗਾ, ਜੋ ਕਿ ਤੁਹਾਡਾ 4 ਮਾਰਕਸ ਦਾ ਰਹੇਗਾ। ਸੈਂਟਰਲ ਆਈਡੀਆ ਤੁਹਾਡੇ ਤੋਂ ਪੁੱਛਿਆ ਜਾਵੇਗਾ। ਕੋਈ ਪਾਰਟ B ਦੇ ਵਿੱਚੋਂ ਤੁਹਾਡੇ 2 ਪੋਇਮ ਦੇ ਵਿੱਚੋਂ ਸੈਂਟਰਲ ਆਈਡੀਆ ਦਿੱਤਾ ਜਾਵੇਗਾ, ਕਿਸੇ 2 ਦੇ ਵਿੱਚੋਂ ਤੁਸੀਂ ਇੱਕ ਚੂਜ਼ ਕਰਕੇ ਕਰਨਾ ਹੋਵੇਗਾ। ਸੋ ਇਸ ਦੇ ਵਿੱਚ ਵੀ ਤੁਹਾਡੇ ਕੋਲ ਚੋਇਸ ਹੋਵੇਗੀ। ਇਹ 3 ਮਾਰਕਸ ਦਾ ਕੁਐਸਚਨ ਹੋਵੇਗਾ। 9th ਕੁਐਸਚਨ ਦੀ ਆਪਾਂ ਜੇ ਗੱਲ ਕਰੀਏ ਤਾਂ 3 out of 6 short answer type questions of about 40 to 50 words from intensive study. ਕੁਐਸਚਨ ਜੋ ਹੈ ਉਹ ਤੁਹਾਨੂੰ 6 ਦੇ ਵਿੱਚ ਓਨਲੀ 3 ਕੁਐਸਚਨ ਜੋ ਹਨ ਉਹ ਅਟੈਂਪਟ ਕਰਨੇ ਹੋਣਗੇ, ਜੋ ਤੁਹਾਨੂੰ ਆਉਂਦੇ ਹੋਣਗੇ ਤੇ ਤੁਹਾਨੂੰ ਜੋ ਕੁਐਸਚਨ ਹੱਲ ਕਰਨ ਵਿੱਚ ਆਸਾਨੀ ਹੋਵੇਗੀ। ਸੋ ਓਨਲੀ 3 ਕੁਐਸਚਨ ਤੁਸੀਂ ਅਟੈਂਪਟ ਕਰਨੇ ਹੋਣਗੇ, ਜੋ ਕਿ 40 to 50 ਵਰਡਸ ਦੇ ਵਿੱਚ ਕਰਨੇ ਹੋਣਗੇ। ਇਹ ਤੁਹਾਡੇ ਤੋਂ ਪਾਰਟ A ਦੇ ਵਿੱਚੋਂ ਪੁੱਛੇ ਜਾਣੇ ਹਨ, ਜੋ ਕਿ 2 ਮਾਰਕਸ ਦਾ ਈਚ ਕੁਐਸਚਨ ਹੋਵੇਗਾ। ਟੋਟਲ 6 ਮਾਰਕਸ ਦਾ ਤੁਹਾਡੇ ਤੋਂ ਪੁੱਛਿਆ ਜਾਵੇਗਾ। ਇਸ ਦੇ ਵਿੱਚ ਤੁਹਾਡੇ ਕੋਲ 3 ਕੁਐਸਚਨ ਦੀ ਚੋਇਸ ਹੋਵੇਗੀ। ਆਪਾਂ 10th ਦੀ ਜੇ ਗੱਲ ਕਰੀਏ ਤਾਂ 2 out of 4 ਕੁਐਸਚਨ ਜੋ ਹਨ ਉਹ ਕਰਨੇ ਹੋਣਗੇ। 2 ਕੁਐਸਚਨ ਦੀ ਤੁਹਾਡੇ ਕੋਲ ਚੋਇਸ ਹੋਵੇਗੀ। ਤੁਸੀਂ 2 ਕੁਐਸਚਨ ਕੋਈ ਵੀ ਛੱਡ ਸਕਦੇ ਹੋ ਤੇ 2 ਕੁਐਸਚਨਸ ਤੁਹਾਨੂੰ ਅਟੈਂਪਟ ਕਰਨੇ ਹੋਣਗੇ। ਇਹ ਵੀ ਤੁਸੀਂ 40 to 50 ਵਰਡਸ ਦੇ ਵਿੱਚ ਅਟੈਂਪਟ ਕਰਨੇ ਹੋਣਗੇ। ਇਹ ਪਾਰਟ C ਦੇ ਵਿੱਚੋਂ ਐਕਸਟੈਂਸਿਵ ਸਟੱਡੀ ਦੇ ਵਿੱਚੋਂ ਪੁੱਛੇ ਜਾਣਗੇ, ਜੋ ਕਿ 2 ਮਾਰਕਸ ਦਾ ਈਚ ਕੁਐਸਚਨ ਹੋਵੇਗਾ ਤੇ ਟੋਟਲ 4 ਮਾਰਕਸ ਦਾ ਪੁੱਛਿਆ ਜਾਵੇਗਾ। ਲੌਂਗ ਆਨਸਰ ਕੁਐਸਚਨ ਜੋ ਹਨ ਉਹ ਥੀਮ, ਇੰਸੀਡੈਂਟ, ਕੰਟੈਂਟ, ਕਰੈਕਟਰ ਐਕਸੈਟਰਾ ਫਰੋਮ ਇੰਟੈਂਸਿਵ ਸਟੱਡੀ, ਮਤਲਬ ਕਿ ਪਾਰਟ A 60 to 70 ਵਰਡਸ ਦੇ ਵਿੱਚ ਲਿਖਣਾ ਹੋਵੇਗਾ। ਇੰਟਰਨਲ ਚੋਇਸ ਕੁਐਸਚਨ ਵੀ ਇਸ ਦੇ ਵਿੱਚੋਂ ਹੋ ਸਕਦੇ ਹਨ, ਜੋ ਕਿ 3 ਮਾਰਕਸ ਦਾ ਤੁਹਾਡਾ 11th ਕੁਐਸਚਨ ਹੋਵੇਗਾ। ਫਿਰ 12th ਲੌਂਗ ਆਨਸਰ ਟਾਈਪ ਕੁਐਸਚਨਸ ਹੋਣਗੇ। ਇਸ ਦੇ ਵਿੱਚ 60 to 70 ਵਰਡਸ ਦੇ ਵਿੱਚ ਤੁਸੀਂ ਇਸ ਨੂੰ ਲਿਖਣਾ ਹੋਵੇਗਾ। ਪਾਰਟ C ਐਕਸਟੈਂਸਿਵ ਸਟੱਡੀ ਦੇ ਵਿੱਚੋਂ ਪੁੱਛੇ ਜਾਣਗੇ ਕਰੈਕਟਰ, ਇੰਸੀਡੈਂਟ, ਥੀਮ ਐਕਸੈਟਰਾ ਵਿਦ ਇੰਟਰਨਲ ਚੋਇਸ ਕੁਐਸਚਨਸ ਹੋ ਸਕਦੇ ਹਨ ਪਾਰਟ C ਦੇ ਵਿੱਚੋਂ। ਇਹ ਵੀ ਤੁਹਾਡਾ 3 ਮਾਰਕਸ ਦਾ ਕੁਐਸਚਨ ਹੋਵੇਗਾ। ਫਿਰ ਲਾਸਟ ਇਹਨਾਂ ਦੱਸਿਆ ਹੋਇਆ 5 ਮਾਰਕਸ ਤੁਹਾਨੂੰ ਗੁੱਡ ਹੈਂਡ ਰਾਈਟਿੰਗ ਦੇ ਦਿੱਤੇ ਜਾਣਗੇ। ਜੇਕਰ ਤੁਸੀਂ ਸੋਹਣਾ ਪੇਪਰ ਕਰਦੇ ਹੋ ਅਤੇ ਸੁੰਦਰ ਲਿਖਾਈ ਵਿੱਚ ਕਰਦੇ ਹੋ ਤਾਂ ਤੁਹਾਨੂੰ 5 ਮਾਰਕਸ ਜੋ ਹਨ ਉਹ ਦਿੱਤੇ ਜਾਣਗੇ। ਸੋ ਇਹ ਹੈ ਤੁਹਾਡਾ ਪੂਰਾ ਸਟਰਕਚਰ ਕੁਐਸਚਨ ਪੇਪਰ ਦਾ, ਜੋ ਕਿ 2020-21 ਦੇ ਐਗਜ਼ਾਮ ਲਈ ਰਹਿਣ ਵਾਲਾ ਹੈ। ਜਨਰਲ ਇੰਗਲਿਸ਼ ਦਾ 3 ਘੰਟੇ ਸਮਾਂ ਹੋਵੇਗਾ ਤੇ 80 ਮਾਰਕਸ ਦਾ ਤੁਹਾਡਾ ਟੋਟਲ ਕੁਐਸਚਨ ਪੇਪਰ ਹੋਵੇਗਾ। ਸੋ ਇਸ ਦੀ ਮੈਂ ਲਾਈਨ ਬਾਈ ਲਾਈਨ ਤੁਹਾਨੂੰ ਵੀਡੀਓਜ਼ ਅਪਲੋਡ ਕਰਦਾ ਰਹਾਂਗਾ, ਚੈਪਟਰ ਦੇ ਇੰਪੋਰਟੈਂਟ ਕੁਐਸਚਨਸ ਪਲੱਸ ਉਸ ਦੀ ਐਕਸਪਲੇਨੇਸ਼ਨ ਅਤੇ ਤੁਸੀਂ ਐਗਜ਼ਾਮ ਦੇ ਵਿੱਚ ਕਿੱਦਾਂ ਤੁਸੀਂ ਇਹਨਾਂ ਨੂੰ ਅਟੈਂਪਟ ਕਰਨਾ ਹੋਵੇਗਾ। ਸੋ ਚੰਗੀ ਤਰ੍ਹਾਂ ਤੁਹਾਨੂੰ ਇਹ ਸਮਝਾਇਆ ਜਾਵੇਗਾ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਵਿਦਿਆਰਥੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ। ਮੈਂ ਇਦਾਂ ਹੀ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਉਂਦਾ ਰਹਾਂਗਾ। ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ, ਤਦੋਂ ਤੱਕ ਲਈ ਬਾਏ ਬਾਟਾ, ਧੰਨਵਾਦ।